ओके नाउ न्यूक्लियर फ्यूजन रिएक्शन देखो हुण दिस इज द सैकेंड पार्ट ऑफ द न्यूक्लियर रिएक्शंस आपां नूं पता है न्यूक्लियर रिएक्शंस जिहड़े अपने कोले हुंदे है ये दो तरह दे हुंदे एक हुंदा है फ्यूजन ते एक हुंदा अपने कोले फ्यूजन फ्यूजन एंड फ्यूजन ठीक है हुण देखो ਤਾਂ ਜਿਹੜਾ ਫਿਊਜ਼ਨ ਰਿਐਕਸ਼ਨ ਹੈ ਇਹ ਆਪਾਂ ਸਾਰੇ ਡਿਟੇਲ ਚ ਪੜ ਚੁੱਕੇ ਹਾਂ ਇਹਦੇ ਬਾਰੇ ਆਪਾਂ ਸਾਰੀ ਡਿਟੇਲ ਚ ਗੱਲ ਕਰ ਲਈ ਇਨਫੈਕਟ ਵੀ ਹੈਵ ਟਾਕਡ ਅਬਾਊਟ ਦ ਬੋਮਬਸ ਆਲਸੋ ਐਂਡ ਨਿਊਕਲੀਅਰ ਪਾਵਰ ਪਲਾਂਟ ਆਲਸੋ ਤਾਂ ਆਪਾਂ ਇਹਨੂੰ ਕੰਪਲੀਟ ਕਰ ਲਿਆ ਬਟ ਵਾਟ ਅਬਾਊਟ ਦੀ ਫਿਊਜ਼ਨ ਹੁਣ ਆਪਾਂ ਫਿਊਜ਼ਨ ਵੀ ਪੜਿਆ ਤੇ ਫਿਊਜ਼ਨ ਇੱਕ ਇਹੋ ਜਿਹਾ ਰਿਐਕਸ਼ਨ ਹੁੰਦਾ ਹੈ ਫਿਊਜ਼ਨ ਰਿਐਕਸ਼ਨ ਜਿਹੜਾ ਬੰਦਾ ਬੜੇ ਪਿਆਰ ਨਾਲ ਕਰ ਲੈਂਦਾ ਬਟ ਫਿਊਜ਼ਨ ਜਿਹੜਾ ਹੈ ਨਾ ਉਹ ਆਪਾਂ ਕਰ ਨਹੀਂ ਸਕਦੇ ਬਹੁਤ ਔਖੇ ਕਰਨਾ ਪੈਂਦਾ ਉਹ ਮੈਂ ਤੁਹਾਨੂੰ ਅੱਗੇ ਦੱਸੂਗਾ ਕਿਉਂ ਤੇ ਫਿਊਜ਼ਨ ਰੱਬ ਵਾਸਤੇ ਔਖਾ ਨਹੀਂਗਾ ਤਾਂ ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਆਪਣੇ ਸਨ ਸਟਾਰ ਤੇ ਹੋਰ ਜਿਹੜੇ ਕੁਝ ਵੀ ਚੀਜ਼ਾਂ ਨੇ ਉਹ ਸਾਰੇ ਫਿਊਜ਼ਨ ਬੇਸਡ ਨੇ ਤਾਂ ਜੋ ਵੀ ਐਸਟ੍ਰੋਨੋਮਿਕਲ ਚੀਜ਼ਾਂ ਹੋ ਰਹੀਆਂ ਨੇ ਉਹ ਸਾਰੀਆਂ ਫਿਊਜ਼ਨ ਬੇਸਡ ਹੁੰਦੀਆਂ ਉਹ ਫਿਊਜ਼ਨ ਬੇਸਡ ਨਹੀਂ ਹੁੰਦੀਆਂ ਫਿਊਜ਼ਨ ਬੰਦੇ ਨੇ ਬਣਾਇਆ ਹੈ ਫਿਊਜ਼ਨ ਰੱਬ ਦੀ ਤਰਫੋਂ ਪਹਿਲਾਂ ਤੋਂ ਹੀ ਬਣਿਆ ਹੋਇਆ ਬਟ ਫਿਊਜ਼ਨ ਇਜ਼ ਈਵਨ ਮੋਰ ਡੇਂਜਰਸ ਫਿਊਜ਼ਨ ਤੋਂ ਕਿਤੇ ਜ਼ਿਆਦਾ ਡੇਂਜਰਸ ਹੁੰਦਾ ਹੈ ਫਿਊਜ਼ਨ ਫਿਊਜ਼ਨ ਦੇ ਵਿੱਚ ਚੀਜ਼ਾਂ ਜੁੜਦੀਆਂ ਨੇ ਫਿਊਜ਼ਨ ਦੇ ਵਿੱਚ ਚੀਜ਼ਾਂ ਟੁੱਟਦੀਆਂ ਨੇ ਲੇਕਿਨ એનર્ਜੀ ਦੋਨਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਇਹਦੇ ਵਿੱਚ ਕੋਈ ਐਂਡੋਥਰਮਿਕ ਤੇ ਐਗਜ਼ੋਥਰਮਿਕ ਵਾਲਾ ਕਨਸੈਪਟ ਨਹੀਂਗਾ ਕਿ ਜੇ ਚੀਜ਼ਾਂ ਜੀ ਆਪਾਂ ਨੇ ਜੇ એનર્ਜੀ ਦਿੱਤੀ ਹੈ ਤਾਂ ਐਕਸਪਲੋਜਨ ਹੋਏਗਾ ਤਾਂ ਇਟ ਵਿਲ ਬੀ ਐਨ ਐਂਡੋਥਰਮਿਕ ਜੇ ਇਟ ਇਜ਼ ਐਨ ਐਗਜ਼ੋਥਰਮਿਕ ਤਾਂ ਜੀ ਐ ਹੋਏਗਾ ਇਟਸ ਨਾਟ ਕੈਮੀਕਲ ਰਿਐਕਸ਼ਨਸ ਦਿਸ ਇਜ਼ ਨਿਊਕਲੀਅਰ ਰਿਐਕਸ਼ਨ ਚਾਹੇ ਉਹ ਜੁੜਨ ਚਾਹੇ ਉਹ ਟੁੱਟਣ એનર્ਜੀ ਰਿਲੀਜ਼ ਹੋਊਗੀ ਦੋਨਾਂ ਕੇਸਿਸ ਠੀਕ ਹੈ ਜੀ ਤਾਂ ਹੁਣ ਆਪਾਂ ਦੇਖਦੇ ਹਾਂ ਅੱਗੇ ਨਿਊਕਲੀਅਰ ਫਿਊਜ਼ਨ when two light nuclei combine together at extremely high temperature ਬਾਅਦ ਚ ਦੱਸੂਗਾ to form a single heavier nucleus is called nuclear fusion ਤੁਹਾਨੂੰ ਯਾਦ ਹੋਏਗਾ ਬੱਚਿਆਂ ਨੂੰ ਕਿ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਦਾ ਜਿਹੜਾ ਮੈਂ ਗ੍ਰਾਫ ਬਣਾਇਆ ਸੀ ਐਂ ਕਰਕੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਇੱਥੇ ਆਇਰਨ ਸੀ ਮੈਂ ਕਿਹਾ ਸੀ ਇੱਥੇ ਫਿਊਜ਼ਨ ਹੁੰਦੀ ਹੈ ਇੱਥੇ ਫਿਊਜ਼ਨ ਹੁੰਦੀ ਹੈ ਤਾਂ ਇਹਨਾਂ ਨੇ ਛੋਟੇ ਛੋਟਿਆਂ ਨੇ ਹਾਈਡਰੋਜਨ ਹੀਲੀਅਮ ਕਾਰਬਨ ਇਹਨਾਂ ਨੇ ਜੀ ਆਪਸ ਚ ਜੁੜ ਕੇ ਵੱਡਾ ਐਲੀਮੈਂਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜ਼ਰੂਰੀ ਨਹੀਂ ਕਿ ਹਾਈਡਰੋਜਨ ਤੇ ਹਾਈਡਰੋਜਨ ਮਿਲ ਕੇ ਆਪਣੇ ਕੋਲੇ ਹੀਲੀਅਮ ਬਣੂਗਾ ਹਾਈਡਰੋਜਨ ਤੇ ਹਾਈਡਰੋਜਨ ਹੀਲੀਅਮ ਬਣੂਗਾ ਹੀਲੀਅਮ ਤੇ ਹੀਲੀਅਮ ਮਿਲ ਕੇ ਕਾਰਬਨ ਬਣ ਸਕਦਾ ਹੈ ਕਾਰਬਨ ਤੇ ਕਾਰਬਨ ਮਿਲ ਕੇ ਨਾਈਟ੍ਰੋਜਨ ਬਣ ਸਕਦਾ ਹੈ ਆਕਸੀਜਨ ਬਣ ਸਕਦਾ ਹੈ ਕੁਝ ਵੀ ਬਣ ਸਕਦਾ ਹੈ ਅਪ ਟੂ ਆਇਰਨ ਜਾ ਕੇ ਜਾ ਸਕਦਾ ਹੈ ਤਾਂ ਇਹ ਮਤਲਬ ਰੱਬ ਦੀ ਮਰਜ਼ੀ ਹੈ ਕਿਤੇ ਮਰਜ਼ੀ ਲੈ ਜਾਓ ਫਿਲਹਾਲ ਤੱਕ ਆਪਣੇ ਸੂਰਜ ਦੇ ਵਿੱਚ ਹਾਈਡਰੋਜਨ ਬਚਿਆ ਹੋਇਆ ਹੈ ਤਾਂ ਹਾਈਡਰੋਜਨ ਪਲੱਸ ਹਾਈਡਰੋਜਨ ਇਜ਼ ਕਨਵਰਟਿੰਗ ਇਨਟੂ ਹੀਲੀਅਮ ਤੇ ਥੋੜਾ ਮੋਟਾ ਇੱਕ ਜਿਹੜਾ ਦੂਜਾ ਰਿਐਕਸ਼ਨ ਇੱਕ ਹੋਰ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ ਕਾਰਬਨ ਵਾਲਾ ਇੱਕ ਹੋਰ ਰਿਐਕਸ਼ਨ ਸੂਰਜ ਦੇ ਵਿੱਚ ਚੱਲ ਰਿਹਾ ਹੈ these are the two reactions which are taking place in sun as per scientists now ਹੁਣ ਦੇਖੋ ਫਿਊਜ਼ਨ ਦਾ ਆਪਾਂ ਨੇ ਕੀ ਕੀਤਾ ਹਾਈਡਰੋਜਨ ਤੇ ਹਾਈਡਰੋਜਨ ਨੂੰ ਪ੍ਰੋਟੋਨ ਤੇ ਪ੍ਰੋਟੋਨ ਦੋਨੋਂ ਆ ਗਏ ਆਪਦੇ ਕੋਲੇ ਤੇ ਉਹਨਾਂ ਨੇ ਜੁੜ ਗਏ ਤੇ ਜੁੜ ਕੇ ਆਪਣੇ ਕੋਲੇ ਇੱਕ ਹੀਲੀਅਮ ਦਾ ਨਿਊਕਲੀਅਸ ਆਪਣੇ ਕੋਲੇ ਬਣ ਗਿਆ ਇਲੈਕਟ੍ਰੋਨ ਨਹੀਂ ਹੈਗੇ ਇਹ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਹੀਲੀਅਮ ਬਣਿਆ ਬਟ ਇੱਥੇ ਆਪਾਂ ਅਜੇ ਤੱਕ ਆਪਣੇ ਕੋਲ ਕੋਈ ਇਲੈਕਟ੍ਰੋਨ ਨਹੀਂ ਹੈਗਾ ਫਿਰ ਆ ਆਪਣੇ ਕੋਲੇ ਆ ਗਿਆ ਜੀ ਬੀਟਾ ਪਲੱਸ ਇੱਕ ਬੀਟਾ ਪਲੱਸ ਪਾਰਟੀਕਲ ਰਿਲੀਜ਼ ਹੋ ਜਾਏਗਾ ਤੇ ਐਂਟੀ ਨਿਊਟਰੀਨੋ ਸੌਰੀ ਨਿਊਟਰੀਨੋ ਬਣਿਆ ਠੀਕ ਹੈ ਤੇ ਆ ਚੀਆ ਇਸ ਨੂੰ ਆਪਾਂ ਕਹਿੰਦੇ ਆ ਐਂਟੀ ਨਿਊਟਰੀਨੋ ਤੇ ਇਹਨੂੰ ਆਪਾਂ ਕਹਿੰਦੇ ਆ ਨਿਊਟਰੀਨੋ ਐਂਟੀ ਨਿਊਟਰੀਨੋ ਦੇ ਨਾਲ ਹਮੇਸ਼ਾ ਮੇਰੇ ਕੋਲੇ ਬੀਟਾ ਮਾਈਨਸ ਆਉਂਦਾ ਹੈ ਤੇ ਨਿਊਟਰੀਨੋ ਦੇ ਨਾਲ ਹਮੇਸ਼ਾ ਮੇਰੇ ਕੋਲੇ ਬੀਟਾ ਪਲੱਸ ਆਉਂਦਾ ਹੈ ਆਈ ਹੋਪ ਇਹ ਤੁਸੀਂ ਯਾਦ ਰੱਖਿਆ ਹੋਇਆ ਆ ਆਪਣੇ ਕੋਲੇ ਰਿਐਕਸ਼ਨ ਹੈ ਹੀਲੀਅਮ ਆਪਣੇ ਕੋਲੇ ਸਨ ਚ ਬਣ ਗਿਆ ਠੀਕ ਹੈ ਨਾ ਤਾਂ ਇਹ ਆ ਗਿਆ ਹਾਈਡਰੋਜਨ ਹੁਣ ਇਹ ਤਾਂ ਆਪਣੇ ਕੋਲ ਨਾਰਮਲ ਹਾਈਡਰੋਜਨ ਹੈ ਇਹ ਡਿਊਟੇਰੀਅਮ ਹੈ ਡਿਊਟੇਰੀਅਮ ਪਲੱਸ ਡਿਊਟੇਰੀਅਮ ਵਿਲ ਬਿਕਮ ਹੀਲੀਅਮ ਬਟ ਇੱਥੇ ਹੀਲੀਅਮ ਦਾ ਇੱਕ ਨਵਾਂ ਆਈਸੋਟੋਪ ਬਣ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਡਿਫਰੈਂਟ ਆਈਸੋਟੋਪ ਆਪਣੇ ਕੋਲੇ ਬਣਿਆ ਠੀਕ ਹੈ ਲਓ ਇਦੋਂ ਅੱਗੇ ਚੱਲਦੇ ਆਪਾਂ ਹੁਣ ਆ ਗਿਆ ਆਪਣੇ ਕੋਲੇ ਕੰਡੀਸ਼ਨਸ ਤਾਂ ਹੁਣ ਇਹ ਹਾਈ ਟੈਂਪਰੇਚਰ ਦੀ ਜਿਹੜੀ ਕੰਡੀਸ਼ਨ ਹੈ ਨਾ ਇੱਥੇ ਇਹਨੂੰ ਮੈਂ ਐਕਸਪਲੇਨ ਕਰੂੰਗਾ ਇਸ ਤਰ੍ਹਾਂ ਦੇ ਰਿਐਕਸ਼ਨਸ ਨੂੰ ਕਰਨ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਹਾਈ ਟੈਂਪਰੇਚਰ ਚਾਹੀਦਾ ਹੈ ਸਫੀਸ਼ੀਐਂਟ ਕਾਈਨੈਟਿਕ એનર્ਜੀ ਇਜ਼ ਰਿਕੁਆਇਰਡ ਫॉर ਦਿਸ ਰਿਐਕਸ਼ਨ ਪਹਿਲੀ ਗੱਲ ਨੂੰ ਧਿਆਨ ਚ ਰੱਖੋ ਜਦੋਂ ਵੀ ਆਪਾਂ ਮੋਲੀਕਿਊਲਸ ਦੀ ਗੱਲ ਕਰਦੇ ਹਾਂ ਜਿਵੇਂ ਆਪਾਂ 에ਅਰ ਦੀ ਗੱਲ ਕਰੀਏ ਜਾਂ ਕੁਝ ਜਿਵੇਂ ਮੈਂ ਕਹਿੰਦਾ ਕਿ ਮੇਰੇ ਕੋਲ ਇੱਥੇ ਕਮਰੇ ਵਿੱਚ 에ਅਰ ਹੈ ਜਾਂ ਮੇਰੇ ਬਾਹਰ ਮੈਂ ਆਪਾਂ ਦੇਖੀਏ ਮੈਂ ਗਰਾਊਂਡ 'ਚ ਚਲਾ ਗਿਆ ਮੈਂ ਗਰਾਊਂਡ 'ਚ ਗਿਆ ਜੀ ਜਨਵਰੀ ਦੇ ਵਿੱਚ ਤੇ ਇੱਕ ਗਏ ਆਪਾਂ ਜੁਲਾਈ 'ਚ ਵਟ ਇਜ਼ ਦੀ ਡਿਫਰੈਂਸ ਜਨਵਰੀ 'ਚ ਠੰਡ ਹੈ ਜੁਲਾਈ 'ਚ ਗਰਮੀ ਹੈ
ਤਾਂ ਮੈਂ ਪੁੱਛਦਾ ਕਿ ਠੀਕ ਹੈ ਬਟ ਹਵਾ ਦੇ ਵਿੱਚ ਕੀ ਚੇਂਜਸ ਹੋਈਆਂ? ਜਿਹੜੀ ਮੇਰੇ ਕੋਲ ਆ ਹਵਾ ਹੈ ਮੇਰੇ ਅਰਾਊਂਡ, ਇਹਦੇ ਵਿੱਚ ਕੀ ਚੇਂਜਸ ਹੋਈਆਂ? ਮੈਂ ਕਹਤਾ ਵੀ ਆ ਠੰਡੀ ਹੈ ਤੇ ਆ ਗਰਮ ਹੈ, ਹਵਾ ਦੇ ਵਿੱਚ ਕੀ ਚੇਂਜ ਹੋਈ? ਠੰਡੀ ਤੇ ਗਰਮ ਤਾਂ ਠੀਕ ਹੈ ਬਟ ਵਾਈ ਇਟ ਇਜ਼ ਠੰਡੀ ਐਂਡ ਵਾਈ ਇਟ ਇਜ਼ ਗਰਮ? ਤਾਂ ਆਪਾਂ ਕਹਾਂਗੇ ਕਿ ਜਿਹੜੀ ਠੰਡੀ ਹਵਾ ਹੁੰਦੀ ਹੈ ਨਾ, ਇਹਦੇ ਵਿੱਚ ਜਿਹੜੇ ਮੋਲੀਕਿਊਲਸ ਹੈ ਨਾ, ਇਹਨਾਂ ਦੀ ਵੈਲੋਸਿਟੀ ਘੱਟ ਹੁੰਦੀ ਹੈ। ਇਹ ਹੌਲੀ ਹੌਲੀ ਚੱਲ ਰਹੇ ਹੁੰਦੇ ਆ, ਹੌਲੀ ਹੌਲੀ ਉੱਡ ਰਿਹਾ ਹੈ। ਜਿਵੇਂ ਜਿਹੜੇ ਇੱਥੇ ਮੋਲੀਕਿਊਲ ਹੈ ਮੇਰੇ ਕਮਰੇ 'ਚ, ਮੈਂ ਏਸੀ ਚਲਾਇਆ ਹੋਇਆ ਤਾਂ ਠੰਡਾ ਹੈ, ਤਾਂ ਠੰਡੇ ਹੋਣ ਦਾ ਮਤਲਬ ਕੀ ਹੈ ਵੀ ਇੱਥੇ ਮੋਲੀਕਿਊਲ ਦੀ ਕਾਈਨੈਟਿਕ એનર્ਜੀ ਨਾ ਖੋਹ ਲਿੱਤੀ ਗਈ, ਤਾਂ ਜਿਹਦੇ ਕਰਕੇ ਮੋਲੀਕਿਊਲ ਹੌਲੀ ਹੌਲੀ ਚੱਲ ਰਿਹਾ, ਤਾਂ ਮੈਨੂੰ ਠੰਡਾ 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 ਫੀਲ ਹੋ ਰਿਹਾ, ਹੌਲੀ ਹੌਲੀ ਚੱਲ ਰਿਹਾ। ਜਿੱਥੇ ਠੰਡ ਹੈ ਉੱਥੇ ਹੌਲੀ ਹੌਲੀ ਰਹੂਗਾ, ਜਿੱਥੇ ਗਰਮੀ ਉੱਥੇ ਭੱਜੂ ਬੰਦਾ। ਉਵੇਂ ਹੀ ਜਦੋਂ ਇੱਥੇ ਗਰਮੀ ਹੈ ਉਹਦੇ ਵਿੱਚ ਕੀ ਹੁੰਦਾ ਨਾ, ਮੋਲੀਕਿਊਲ ਦੀ ਸਪੀਡ ਬੜੀ ਫਾਸਟ ਹੁੰਦੀ ਆ, ਐ ਨਿਕਲਦਾ ਮੋਲੀਕਿਊਲ। ਹੁਣ ਉਹ ਮੋਲੀਕਿਊਲ ਜਦੋਂ ਇੰਨੀ ਤੇਜ਼ ਤੇਜ਼ ਭੱਜਣਗੇ ਤਾਂ ਉਹ ਆਪਾਂ ਨੂੰ ਗਰਮੀ ਦਾ ਅਹਿਸਾਸ ਕਰਵਾਉਂਦੇ ਆ। ਮਤਲਬ ਕਾਈਨੈਟਿਕ એનર્ਜੀ ਜੇ ਜ਼ਿਆਦਾ ਹੈ ਤਾਂ ਟੈਂਪਰੇਚਰ ਜ਼ਿਆਦਾ ਹੈ, ਜੇ ਕਾਈਨੈਟਿਕ એનર્ਜੀ ਘੱਟ ਹੈ ਤਾਂ ਟੈਂਪਰੇਚਰ ਘੱਟ। ਗੱਲ ਕਲੀਅਰ? ਇਹ ਆਪਾਂ ਪੜ੍ਹਦੇ ਹਾਂ 11ਵੀਂ ਕਲਾਸ ਦੇ ਵਿੱਚ KTG ਚੈਪਟਰ ਦੇ ਵਿੱਚ, ਜਦੋਂ ਕਿ ਆਪਾਂ ਮੈਕਰੋਸਕੋਪਿਕ ਪ੍ਰੋਪਰਟੀਜ਼ ਨੂੰ ਮਾਈਕਰੋਸਕੋਪਿਕ ਪ੍ਰੋਪਰਟੀਜ਼ ਦੇ ਨਾਲ ਰਿਲੇਟ ਕਰਦੇ। ਆਈ ਹੋਪ ਦਿਸ ਇਜ਼ ਕਲੀਅਰ। हाँ भी बेटा, किसी ने डाउट है बोलो यस नो फटाफट। नो सर। नो सर, चलो ठीक है ना। जो भी मैं कहा ना कोई डाउट है कि नहीं है, रेज हैंड वाला ऑप्शन ज्यादा वधिया, सारे रेज हैंड कर दिया करो, एक तो ये पता लग जाता भी सारे जागते पे ठीक है, तो उस बाद हैंड डाउन कर लिया करो। चलो की हो गया, ठीक है जी। हुण देखो तो आ कॉन्सैप्ट नूं ही आपां यूज करांगे। तो हुण जिहड़ा रिएक्शन है ना, ये रिएक्शन उदों हुंदा है जदों दो प्रोटोन इज अ वेरी स्मॉल सब एटॉमिक पार्टिकल। तुसीं देखो पहला तो न्यूक्लियस ही इन्ना छोटा है भी 10⁻⁻15 आपां कही जांदे आ, हुणे पढ़ के आए न्यूक्लियर चैप्टर च भी न्यूक्लियस इज वेरी स्मॉल। ਉਹਦੇ ਵਿੱਚ प्रोटोन उदों भी ज़्यादा स्मॉल। ਉਹ यार एड्डी छोटी चीज़ की टक्कर किवें कराओगे? थोड़ा जा भी गैप हो गया आई नहीं टप जूगा, थोड़ा जा गैप हो गया नहीं सीधे सीधे टप जाना, इन्होंने लड़ाई नहीं करनी, टक्कर ही नहीं होनी इन्होंने। जे थोड़ी जी भी अपनी एरर हुई तो टक्कर नहीं होनी। तो आपां की करांगे, पहली चीज़ तो ये कि टक्कर तो होवे लेकिन होवे बहुत ज़्यादा जोर दी, बहुत ज़्यादा जोर दी होवे, तो उसकी काइनेटिक एनर्जी बहुत ज़्यादा चाहिए है। जे काइनेटिक एनर्जी हाई चाहिए है, इसका मतलब टैंपरेचर बहुत हाई चाहिए है। सो हाई टैंपरेचर इज रिक्वायर्ड फॉर दिस रिएक्शन टू हैपन। दूसरी चीज आप कहेंगे यार टक्कर किमें होगी, आ छड़ता मैं प्रोटोन, आ चक एक आ प्रोटोन है, आ चक हूं टक्कर किमें होगी? जरूरी थोड़ी ना टक्कर हो जाऊगी, उड्डी जाता हो किते होर उड्डी जाता हो किते होर उड्डी जाता, टक्कर किमें होगी? टक्कर तां होगी जे मैं बहुत सारे प्रोटोन इकट्ठे छड़ दियां, जे मैं इत्थे 1 लाख प्रोटोन छड़ दियां एंड दैट इवन ऑन हाई स्पीड, फिर टक्कर होगी, पक्का हो गया। तो हाई डेंसिटी मतलब ਆਪਾਂ ਨੂੰ ਪ੍ਰੈਸ਼ਰ ਹਾਈ ਰੱਖਣਾ ਪਏਗਾ, ਹਾਈ ਡੈਂਸਿਟੀ ਦੇ ਕੇ ਬਹੁਤ ਸਾਰੇ ਪ੍ਰੋਟੋਨਸ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਹਾਈ ਸਪੀਡ ਦੇ ਦਈਏ, ਆਪੇ ਧੱਕੇ ਖਾਈ ਜਾਣਗੇ, ਕਦੇ ਨਾ ਕਿਤੇ ਦਾ ਕੋਲੀਜਨ ਹੋ ਹੀ ਜਾਊਗਾ। ਇਟ ਇਨਕਰੀਜ਼ਸ ਦੀ ਪ੍ਰੋਬੇਬਿਲਿਟੀ ਆਫ ਕੋਲੀਜਨ। ਆਈ ਹੋਪ ਦਿਸ ਇਜ਼ ਕਲੀਅਰ ਹੈ ਨਾ। ਹੁਣ ਦੇਖੋ, ਹੁਣ ਇਹ ਆਪਾਂ ਨੂੰ ਦੋ ਚੀਜ਼ਾਂ ਪਤਾ ਲੱਗ ਗਈਆਂ ਕਿ ਯਾਰ ਕਿਵੇਂ ਹੁੰਦੀ ਹੈ। ਤਾਂ ਪਹਿਲੀ ਚੀਜ਼, ਫਿਊਜ਼ਨ ਰਿਐਕਸ਼ਨ ਨੂੰ ਕ੍ਰੀਏਟ ਕਰਾਉਣ ਵਾਸਤੇ ਵੀ ਡੋਂਟ ਨੀਡ ਹਾਈ ਟੈਂਪਰੇਚਰਸ, ਵੀ ਡੋਂਟ ਨੀਡ ਹਾਈ ਪ੍ਰੈਸ਼ਰ। ਨਾ ਤਾਂ ਹਾਈ ਟੈਂਪਰੇਚਰ ਚਾਹੀਦਾ ਤੇ ਨਾ ਹਾਈ ਪ੍ਰੈਸ਼ਰ ਚਾਹੀਦਾ, ਕੋਈ ਵੀ ਚੀਜ਼ ਨਹੀਂ ਚਾਹੀਦੀ। ਆਪਾਂ ਨੂੰ ਚਾਹੀਦਾ ਕੀ ਹੈ ਫਿਰ? ਆਪਾਂ ਨੂੰ ਚਾਹੀਦਾ ਜੀ ਨਿਊਟਰੋਨ। ਤਾਂ ਨਿਊਟਰੋਨ ਤਾਂ ਮੈਂ ਬਾਹਰੋਂ ਲਿਆਉਂਗਾ, ਇੱਕ ਡੱਬੀ 'ਚ ਨਿਊਟਰੋਨ ਰੱਖਿਆ ਹੋਇਆ, ਇੱਕ ਡੱਬੀ ਦੇ ਵਿੱਚ ਯੂਰੇਨੀਅਮ ਰੱਖਿਆ ਹੋਇਆ, ਦੋਨੋਂ ਅਲੱਗ-ਅਲੱਗ ਹੈ। ਜਦੋਂ ਮੈਂ ਇਕੱਠੇ ਕਰਤੇ ਪੜਾਕਾ ਬੋਲ ਗਿਆ, ਗੱਲ ਮੁੱਕ ਚੁੱਕੀ, ਠੀਕ ਹੈ, ਫਿਊਜ਼ਨ ਹੋ ਗਿਆ। लेकिन मैं हुण फ्यूजन भी कराना चाहना, हुण इहनूं किवें कराइए? वी वांट टू क्रिएट बॉम्ब फ्यूजन बंब साडी एक है मूसे वाले दी AK-47 नाल नहीं काम चलदा, असीं बंब बना के छड्डांगे। हुण जदों आ बंब बनाया आपां, इह किवें बंब बनाया? फ्यूजन। हुण फ्यूजन दा बंब तां अपने कोल बन गया बड़े प्यार नाल, किवें कि बाई जी आ सीगी अपनी मिसाइल, ठीक है, चक, ठीक है। तो इस मिसाइल दे विच पहला तो मैं इत्थे रखता एक यूरेनियम की बाल्टी रखी पई है, उहदे नाल ही मैं इत्थे न्यूट्रॉन्स रखते, ते ओह जदों जाके टकराऊगा ना उदों कोलैप्स कर जाणगे ते ओह टुट जूगा।
ਜਦੋਂ ਟੁੱਟ ਗਏ ਤਾਂ ਜਿੰਨੇ ਨਿਊਟਰੋਨਸ ਹੋਣਗੇ ਸਾਰੇ ਸਾਰੇ ਯੂਰੇਨੀਅਮ ਦੇ ਵਿੱਚ ਵੜ ਜਾਣਗੇ। ਐ ਜਦੋਂ ਬ੍ਰੇਕ ਹੋਇਆ ਮਿਸਾਈਲ ਜਦੋਂ ਵੱਜੂਗੀ ਨਾ ਨੀਚੇ ਆਏ ਤਾਂ ਮਿਸਾਈਲ ਨੇ ਟੁੱਟਣਾ ਹੈ। ਜਦੋਂ ਮਿਸਾਈਲ ਟੁੱਟੂਗੀ ਤਾਂ ਉਹ ਸਾਰਾ ਕੋਲੈਪਸ ਹੋ ਜਾਊਗਾ ਤਾਂ ਯੂਰੇਨੀਅਮ ਦੇ ਨਿਊਟਰੋਨ ਸਾਰੇ ਇਕੱਠੇ ਹੋ ਗਏ, ਪੜਾਕਾ ਬੋਲ ਗਿਆ ਜੀ, ਫਿਊਜ਼ਨ ਦਾ ਰਿਐਕਸ਼ਨ ਹੋ। ਜਦੋਂ USA ਨੇ ਜਾਪਾਨ ਤੇ ਅਟੈਕ ਕੀਤਾ ਨਿਊਕਲੀਅਰ ਵਰਲਡ ਵਾਰ ਦੇ ਵਿੱਚ, ਹੀਰੋਸ਼ੀਮਾ ਤੇ ਨਾਗਾਸਾਕੀ ਦੋ ਜਗ੍ਹਾ ਨੇ, ਉਹਨਾਂ 'ਚ ਬੰਬ ਵਿਸਫੋਟ ਹੋਏ, ਹੀਰੋਸ਼ੀਮਾ ਤੇ ਨਾਗਾਸਾਕੀ। ਹੀਰੋਸ਼ੀਮਾ ਦੇ ਵਿੱਚ ਜਿਹੜਾ ਬੰਬ ਸਿੱਟਿਆ ਗਿਆ, ਮੋਸਟ ਪ੍ਰੋਬੇਬਲੀ ਇਟ ਵਾਸ ਫਿਊਜ਼ਨ ਰਿਐਕਸ਼ਨ। ਇਹਨੂੰ ਲਿਟਲ ਬॉय ਦੇ ਨਾਮ ਤੇ ਜਾਣਿਆ ਗਿਆ। ਫਿਊਜ਼ਨ ਲਿਟਲ ਬॉय ਮਤਲਬ ਇਹ ਤਾਂ ਛੋਟਾ ਹੈ ਆਏ, ਠੀਕ ਹੈ, ਵੱਡਾ ਤਾਂ ਹਜੇ ਸਿੱਟਿਆ ਹੀ ਨਹੀਂ। ਜਿਹੜਾ ਵੱਡਾ ਬੰਬ ਸਿੱਟਿਆ ਉਹ ਨਾਗਾਸਾਕੀ ਸਿੱਟਿਆ ਗਿਆ ਸੀ, ਇਟ ਵਾਸ ਫਿਊਜ਼ਨ ਬੇਸਡ। ਤਾਂ ਨਾਗਾਸਾਕੀ ਦੇ ਵਿੱਚ ਫਿਊਜ਼ਨ ਤੇ ਹੀਰੋਸ਼ੀਮਾ ਦੇ ਵਿੱਚ ਫਿਊਜ਼ਨ ਰਿਐਕਸ਼ਨ, ਇਹ ਦੋ ਰਿਐਕਸ਼ਨਸ ਆਪਣੇ ਕੋਲੇ ਇੱਥੇ ਹੋਏ, ਠੀਕ ਹੈ। ਤੇ ਹੁਣ ਫਿਊਜ਼ਨ ਆਪਾਂ ਨੇ ਕਰਵਾਇਆ ਤਾਂ ਕਰਵਾਇਆ ਕਿਵੇਂ? ਇਹਨੂੰ ਆਪਾਂ ਹਾਈਡਰੋਜਨ ਬੰਬ ਵੀ ਕਹਿੰਦੇ ਆ, ਐਟਮ ਬੰਬ ਵੀ ਕਹਿੰਦੇ ਆ, ਕਿਉਂਕਿ ਇਹਦੇ ਵਾਸਤੇ ਹਾਈ ਟੈਂਪਰੇਚਰ ਚਾਹੀਦਾ। ਇਹਨਾਂ ਨੇ ਕੀ ਕੀਤਾ, ਇਸੇ ਮਿਸਾਈਲ ਦੇ ਮਗਰ, ਇਸ ਮਿਸਾਈਲ ਦੇ ਮਗਰ ਹੀ ਇੱਥੇ ਇੱਕ ਹਾਈਡਰੋਜਨ ਦੀ ਬਾਲਟੀ ਹੋਰ ਰੱਖਤੀ, ਚਲਾਤੀ ਮਿਸਾਈਲ। ਹੁਣ ਮਿਸਾਈਲ ਚੱਲੀ, ਪਹਿਲਾਂ ਫਿਊਜ਼ਨ ਰਿਐਕਸ਼ਨ ਹੋਇਆ। ਹੁਣ ਤੁਸੀਂ ਦੇਖੋ ਜਦੋਂ ਵੀ ਆਪਣੇ ਕੋਲੇ ਨਿਊਕਲੀਅਰ ਬੰਬ ਦੀ ਤੁਸੀਂ ਫੋਟੋ ਦੇਖੀ ਹੋਵੇ ਜੇ ਤਾਂ ਇਸ ਤਰ੍ਹਾਂ ਦੀ ਨਿਊਕਲੀਅਰ ਬੰਬ ਦੀ ਫੋਟੋ ਬਣੀ ਹੁੰਦੀ ਹੈ। ਇਹਨੂੰ ਕਹਿੰਦੇ ਆ ਫਸਟ ਮਸ਼ਰੂਮ। अब बंब ਵੱਜਿਆ ਇੱਥੇ, ਪਟਾਕਾ ਬੋਲ ਗਿਆ, ਬਣ ਗਿਆ ਬੱਦਲ ਬਣ ਗਿਆ। ਦਿਸ ਇਜ਼ ਕਾਲਡ ਫਰਸਟ ਮਸ਼ਰੂਮ। ਵੈਸੇ ਜਨਰਲ ਨੌਲੇਜ ਵਾਸਤੇ ਦੱਸ ਰਹੇ ਆ, ਇੰਟਰਸਟਿੰਗ ਬਣ ਜੂਗੀ ਕਹਾਣੀ ਇਸ ਕਰਕੇ। ਫਸਟ ਮਸ਼ਰੂਮ। ਹੁਣ ਇੱਥੇ ਇੰਨੀ ਜ਼ਿਆਦਾ ਹੀਟ ਪ੍ਰੋਡਿਊਸ ਹੋ ਗਈ, ਇੰਨੀ ਜ਼ਿਆਦਾ ਹੀਟ ਪ੍ਰੋਡਿਊਸ ਹੋ ਗਈ ਕਿ ਜਿਹੜਾ ਫਿਊਜ਼ਨ ਰਿਐਕਸ਼ਨ ਸੀਗਾ ਉਹਦੇ ਵਾਸਤੇ ਹੀਟ ਮਿਲ ਗਈ। ਉਸ ਤੋਂ ਬਾਅਦ ਕੀ ਹੋਇਆ, ਦੂਜਾ ਬੰਬ ਚੱਲਿਆ, ਜਿਹੜੀ ਹਾਈਡਰੋਜਨ ਜਿਹਦਾ ਬਚੀ ਰਹਿ ਗਈ। ਤੇ ਹੁਣ ਇਹਦਾ ਕੀ ਕਰਾਂ, ਇਹਦੇ ਵਾਸਤੇ ਤਾਂ ਨਿਊਟਰੋਨ ਚਾਹੀਦਾ ਹੀ ਨਹੀਂ, ਕੱਲੀ ਹਾਈਡਰੋਜਨ ਬਹੁਤ ਹੈ, ਲੇਕਿਨ ਇਹਨੂੰ ਟੈਂਪਰੇਚਰ ਹਾਈ ਚਾਹੀਦਾ। ਖੂਬ ਸਾਰਾ ਹਾਈਡਰੋਜਨ ਭਰ ਕੇ ਚਲਾਤਾ, ਉੱਥੇ ਟੈਂਪਰੇਚਰ ਬਹੁਤ ਹਾਈ ਪਹਿਲਾਂ ਤੋਂ ਹੀ ਸੀ, ਉਹ ਬਈ ਪੜਾਕਾ ਬੋਲ ਗਿਆ। ਇੱਕ ਸੈਕਿੰਡ ਬੰਬ ਚੱਲਿਆ, ਫਿਰ ਤਾਂ ਇਹ ਦੋ ਵਾਰ ਬੰਬ ਵੱਜਿਆ। ਸੋ ਦਿਸ ਇਜ਼ ਕਾਲਡ ਸੈਕਿੰਡ ਮਸ਼ਰੂਮ। second mushroom. So this is what happens in nuclear bombs. ठीक है ना? सुनने तो बड़ा इंटरेस्टिंग लगता है, but it is not interesting when you are at receiving end. जापानियों तो पूछ के आओ, उन्होंने आज भी बॉडी दे विच जेनेटिक चेंजेस हो चुके हैं। Now they are not normal humans. उन्होंने जेनेटिक चेंज हो चुके हैं। नवा बच्चा पैदा होएगा तो ਜਿਹੜੇ ਆਪਣੇ ਬੱਚੇ ਪੈਦਾ ਹੁੰਦੇ ਆ, ਦੋਨਾਂ ਦੇ ਵਿੱਚ ਡਿਫਰੈਂਸ ਹੁੰਦਾ। ਆਈ ਨਹੀਂ ਗਾ ਕਿ ਵੀ ਉਹ ਬਿਲਕੁਲ 100% ਸੇਮ ਹੋਣਗੇ। ਉਹਨਾਂ ਦੇ ਬੱਚੇ ਜਿਹੜੇ ਨੇ, ਇਹ ਨਹੀਂ ਗਾ ਕਿ ਉਹ ਹੁਸ਼ਿਆਰ ਪੈਦਾ ਹੋਣਗੇ, ਬਟ ਉਹ ਥੋੜੇ ਬਾਡੀ ਦੇ ਵਿੱਚ ਏਲਮੈਂਟਸ ਹੋਣਗੀਆਂ, ਉਹਨਾਂ ਦੇ ਬਿਮਾਰੀਆਂ ਹੋਣਗੀਆਂ। ਉਹ ਅੱਜ ਵੀ ਉਸ ਬਿਮਾਰੀਆਂ ਤੋਂ ਆਪਦੇ ਆਪ ਨੂੰ ਬਚਾ ਨਹੀਂ ਸਕੇ। ਇੰਨਾ ਖਤਰਨਾਕ ਬੰਬ ਹੈ ਇਹ। ਚਲੋ ਇਹ ਤੋਂ ਬਾਅਦ ਹੁਣ ਚੱਲਦੇ ਆ। ਹੁਣ ਦਿਸ ਵਾਸ ਇੰਟਰੋਡਕਸ਼ਨ ਅਬਾਊਟ ਦੀ ਫਿਊਜ਼ਨ ਰਿਐਕਸ਼ਨ। ਨਾਓ ਲੈਟ ਅਸ ਮੂਵ ਅਹੈਡ। ਹੁਣ ਆ ਗਿਆ ਆਪਣੇ ਕੋਲੇ ਦ ਟਾਈਪਸ ਆਫ ਸੋਰਸਸ ਆਫ એનર્ਜੀ ਇਨ ਸਨ ਐਂਡ ਦ ਸਟਾਰ। ਤੇ ਆਪਣੇ ਕੋਲ ਦੋ ਰਿਐਕਸ਼ਨ ਹੁੰਦੇ ਆ, ਇੱਕ ਪ੍ਰੋਟੋਨ ਤੇ ਪ੍ਰੋਟੋਨ, ਇੱਕ ਦਿਸ ਮੈਂ ਤੁਹਾਨੂੰ ਦੱਸਿਆ ਨਾ ਦੋ ਰਿਐਕਸ਼ਨ ਹੁੰਦੇ। ਪ੍ਰੋਟੋਨ ਤੇ ਪ੍ਰੋਟੋਨ ਹੁੰਦਾ ਆਪਣੇ ਕੋਲ ਥਰਮੋਨਿਊਕਲੀਅਰ ਰਿਐਕਸ਼ਨ, ਜਿਹਦੀ ਰਿਐਕਸ਼ਨਸ ਮੈਂ ਉੱਪਰ ਦੇ ਚੁੱਕਿਆ ਤੁਹਾਨੂੰ। that is called thermonuclear reaction। ਇੱਕ ਹੁੰਦਾ ਆਪਣੇ ਕੋਲ ਕਾਰਬਨ ਨਾਈਟ੍ਰੋਜਨ ਸਾਈਕਲ, ਜਿਹਦੇ ਵਿੱਚ ਕਾਰਬਨ ਜਿਹੜੀ ਉੱਥੇ ਬਣ ਗਈ, ਕਾਰਬਨ ਇਜ਼ ਪ੍ਰੈਜ਼ੈਂਟ ਐਵਰੀਵੇਅਰ ਐਨੀਵੇਜ਼, ਉਹਦੇ ਵਿੱਚ ਆਪਣੇ ਕੋਲ ਇੱਕ ਪ੍ਰੋਟੋਨ ਜਾ ਕੇ ਵੱਜਿਆ ਤਾਂ ਆਪਣੇ ਕੋਲ ਕੀ ਚੀਜ਼ ਬਣ ਗਿਆ, ਨਾਈਟ੍ਰੋਜਨ ਬਣ ਗਿਆ। ਇਹ ਰਿਐਕਸ਼ਨ ਆਈ ਚੱਲੀ ਗਿਆ। ਰਿਐਕਸ਼ਨ ਬਹੁਤ ਜ਼ਿਆਦਾ ਵੱਡਾ ਰਿਐਕਸ਼ਨ ਹੈ ਇਹ। ਓਵਰਆਲ ਰਿਐਕਸ਼ਨ ਆਪਾਂ ਦੇਖਾਂਗੇ, ਕਾਰਬਨ ਨੂੰ ਜਦੋਂ ਆਪਾਂ ਨੇ ਸ਼ੁਰੂ ਕੀਤਾ ਵੀ ਪਹਿਲਾਂ ਇਹ ਰਿਐਕਸ਼ਨ ਹੋਇਆ, ਫਿਰ ਇਹ ਹੋਇਆ, ਫਿਰ ਇਹ ਹੋਇਆ, ਫਿਰ ਇਹ ਹੋਇਆ, ਟੋਟਲ ਇਹ ਰਿਐਕਸ਼ਨ ਨੇ ਆਪਦੇ ਆਪ ਨੂੰ ਹੀਲੀਅਮ ਚ ਕਨਵਰਟ ਕੀਤਾ ਤੇ ਕਾਰਬਨ ਚ ਕਨਵਰਟ ਕਰ ਲਿਆ। ਤੇ ਨਾਲ ਆਪਾਂ ਨੂੰ ਮਿਲੀ ਬਹੁਤ ਸਾਰੀ એનર્ਜੀ। 24.8 ਮੈਗਾ ਇਲੈਕਟ੍ਰੋਨ ਵੋਲਟ ਇਜ਼ ਅ ਵੈਰੀ ਹਿਊਜ એનર્ਜੀ when it comes to nuclear reactions। ਤੁਸੀਂ ਦੇਖ ਸਕਦੇ ਹੋ ਕਿ ਆਮ ਤੌਰ ਤੇ 1.2 1.93 ਇਸ ਤਰ੍ਹਾਂ ਦੀ એનર્ਜੀ ਆਪਾਂ ਨੂੰ ਮਿਲ ਰਹੀ ਹੈ, ਜ਼ਿਆਦਾ ਨਹੀਂ। ਬਟ ਇਹਦੀ ਟੋਟਲ એનર્ਜੀ ਆਪਾਂ ਨੂੰ 24.8 ਮੈਗਾ ਇਲੈਕਟ੍ਰੋਨ ਵੋਲਟ ਮਿਲ ਗਈ, ਪ੍ਰੋਵਾਈਡਡ ਆਪਣੇ ਕੋਲੇ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਐਕਸਪਲੋਜਨ ਹੋ ਰਿਹਾ ਯੂਐਸ ਉੱਥੇ ਸਨ ਦੇ ਵਿੱਚ, ਤਾਂ ਆਪਣੇ ਕੋਲੇ ਬਹੁਤ ਜ਼ਿਆਦਾ એનર્ਜੀ ਸਨ ਦੀ ਰਿਲੀਜ਼ ਹੁੰਦੀ ਹੈ। ਸੋ ਦਿਸ ਇਜ਼ ਦੀ ਫਾਈਨਲ ਰਿਐਕਸ਼ਨ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੂੰ ਕੀ ਚੀਜ਼ ਮਿਲ ਗਈ, ਪੋਜ਼ਿਟਰੋਨ, ਨਿਊਟਰੀਨੋ,
बट ਇਹਦੇ ਨਾਲ ਆਪਾਂ ਨੂੰ ਮਿਲੇ 3 ਗਾਮਾ, ਮਤਲਬ ਗਾਮਾ ਰੇਡੀਏਸ਼ਨਸ। ਗਾਮਾ ਰੇਡੀਏਸ਼ਨਸ ਰਿਲੀਜ਼ ਹੋ ਗਈਆਂ ਸਨ ਦੇ ਕੋਲੋਂ ਵੀ, ਐਟਮ ਬੰਬ ਦੇ ਕੋਲੋਂ ਵੀ। ਗਾਮਾ ਰੇਡੀਏਸ਼ਨਸ ਵਨ ਆਫ ਦਾ ਵਰਲਡਸ ਮੋਸਟ ਡੇਂਜਰਸ ਉਹ ਰੇਜ਼ ਆਈਆਂ। ਇਹਨਾਂ ਨੇ ਮਤਲਬ ਜਗ੍ਹਾ ਜਗ੍ਹਾ ਤੇ, ਮਤਲਬ ਜਿੱਥੇ ਜੇ ਇਹ ਆ ਜਾਣ ਤਾਂ ਬੰਦਾ ਬਚ ਨਹੀਂ ਸਕਦਾ। ਬੰਦਾ ਛੱਡੋ, ਜਾਨਵਰ, ਚਿੜੀਆਂ, ਕਬੂਤਰ। ਮਤਲਬ ਇੱਕ ਨਾ ਸੀਰੀਅਲ ਆਇਆ ਨਵਾਂ ਕਿਤੇ, ਇਹੋ ਜਿਹਾ ਇੱਕ ਐਕਸਪਲੋਜਨ ਹੋਇਆ ਸੀਗਾ, ਯੂਕਰੇਨ 'ਚ ਹੋਇਆ ਸੀ ਐਕਸਪਲੋਜਨ। ਉਸ ਐਕਸਪਲੋਜਨ ਦੇ ਵਿੱਚ ਚਿੜੀਆਂ, ਲੋਕਾਂ ਨੂੰ ਤਾਂ ਪਤਾ ਨਹੀਂ ਲੱਗਿਆ ਕਿ ਬਈ ਇਹ ਲੀਕ ਹੋ ਗਈਆਂ ਗੈਸ, ਇਹ ਆ ਲੀਕ ਹੋ ਗਈ ਰੇਡੀਏਸ਼ਨ। ਜਦੋਂ ਰੇਡੀਏਸ਼ਨ ਲੀਕ ਹੋਈ, ਉਹਨਾਂ ਨੂੰ ਪਤਾ ਕਿਵੇਂ ਲੱਗਿਆ? ਉਹ ਐਂ ਬੈਠੇ ਤੇ ਉੱਪਰੋਂ ਦੀ ਨਾ ਚਿੜੀਆਂ ਮਰ ਕੇ ਡਿੱਗਣ ਲੱਗ ਗਈਆਂ। ਬਈ ਬੈਠਾ ਮੈਂ, ਉੱਪਰੋਂ ਚਿੜੀਆਂ ਆ ਕੇ ਡਿੱਗ ਪਈ। ਮੈਂ ਕਿਹਾ ਯਾਰ ਚਿੜੀ ਕਿਵੇਂ ਡਿੱਗ ਪਈ? ਉਹ ਉੱਪਰੋਂ ਦੀ ਚਿੜੀ ਆਈ ਠਾਹ ਥੱਲੇ, ਵੀ ਚਿੜੀ ਕਿਵੇਂ ਮਰ ਗਈ? ਉਹ ਚਿੜੀਆਂ ਮਰਨ ਲੱਗ ਗਈਆਂ। ਚਿੜੀਆਂ ਮਰ ਗਈਆਂ, ਬੂਟੇ ਖਰਾਬ ਹੋ ਗਏ, ਪੇੜ ਹਰੇ ਰੰਗ ਦੇ ਲਾਲ ਹੋ ਗਏ, ਜਾਨਵਰ ਮਰ ਗਏ, ਬੰਦੇ ਮਰਨ ਲੱਗ ਗਏ। ਉਹਨਾਂ ਨੂੰ ਉਦੋਂ ਬਾਅਦ ਪਤਾ ਲੱਗਿਆ ਕਿ ਯਾਰ ਆਹ ਕੀ ਹੋ ਗਿਆ। ਜਿਹੜੇ ਪਹਿਲਾਂ ਭੱਜ ਗਏ ਉਹ ਭੱਜ ਗਏ, ਜਿਹੜੇ ਉੱਥੇ ਰਹਿ ਗਏ ਉਹਨਾਂ ਦਾ ਇਹ ਹਾਲ ਹੋਇਆ। ਅੱਜ ਦੀ ਤਰੀਕ 'ਚ ਇਹ ਕਿਹਾ ਜਾਂਦਾ ਕਿ ਉੱਥੇ ਜੰਗਲ ਹੈ, ਬਟ ਉਹ ਜੰਗਲ ਦੇ ਵਿੱਚ ਨਾ ਜਾਨਵਰ ਹੈ ਨਹੀਂ। ਮਤਲਬ ਛੋਟੇ ਮੋਟੇ ਮਕੌੜੇ ਹੁਣ ਜਾ ਕੇ ਕਿਤੇ ਆਉਣ ਲੱਗੇ ਹੈ। 1972 ਦੇ ਵਿੱਚ ਸ਼ਾਇਦ ਉਹ ਬੰਬ ਵਿਸਫੋਟ ਹੋਇਆ ਸੀ, 2020 ਚੱਲ ਰਹੀ ਹੈ, ਹੁਣ ਜਾ ਕੇ ਕਿਤੇ ਉੱਥੇ ਚੂਹੇ ਤੇ ਇਹ ਉਹ ਟਾਈਪ ਛੋਟੀ ਛੋਟੀਆਂ ਲਾਈਫ ਆਉਣ ਲੱਗੀ ਹੈ। ਅਦਰਵਾਈਜ਼ ਕੋਈ ਜਾਨਵਰ ਨਹੀਂ ਬਚਿਆ, ਕੁਝ ਨਹੀਂ ਬਚਿਆ, ਨਥਿੰਗ। ਦਿਸ ਇਜ਼ ਦੈਟ ਡੇਂਜਰਸ। ਤੇ ਇਹ USA ਵਾਲਿਆਂ ਨੇ ਜਾਪਾਨ ਦੇ ਉੱਤੇ ਬੰਬ ਸੁੱਟਿਆ। ਚਲੋ, ਤੇ ਬੇਟਾ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਹੁੰਦਾ ਡਿਫਰੈਂਸਸ ਬਿਟਵੀਨ ਨਿਊਕਲੀਅਰ ਫਿਜ਼ਨ ਤੇ ਨਿਊਕਲੀਅਰ ਫਿਊਜ਼ਨ। ਮੈਨੂੰ ਇੱਥੇ ਲਿਖਿਆ ਨਹੀਂਗਾ, ਤਾਂ ਤੁਸੀਂ ਇਹਨੂੰ ਇੱਕ ਵਾਰ, ਸਾਰਿਆਂ ਕੋਲੇ 5 ਬੁੱਕ ਹੈਗੀ ਹੈ, ਸਾਰਿਆਂ ਨੇ 5 ਬੁੱਕ ਦੇ ਵਿੱਚੋਂ ਦੀ ਇਹ ਕੁਐਸਚਨ ਨੂੰ ਰੈਫਰ ਕਰਨਾ ਬੇਟਾ। ਤੇ ਖੁਸ਼ਵੀਨ ਬੇਟਾ, ਤੁਮਨੇ ਹਜੇ ਤੱਕ ਆਪਣੇ ਕੋਲੋਂ 5 ਬੁੱਕ ਨਹੀਂ ਲਿੱਤੀ ਹੋਈ। ਵੰਸ ਯੂ ਵਿਲ ਗੈਟ ਇਟ, ਯੂ ਵਿਲ ਗੈਟ ਦਿਸ ਥਿੰਗ ਇਨ ਥਿਊਰੀ। ਠੀਕ ਹੈ, ਤਾਂ ਤੁਸੀਂ ਉਦੋਂ ਉਹਨੂੰ ਰੈਫਰ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਠੀਕ ਹੈ, ਅਦਰਵਾਈਜ਼ ਤੁਹਾਨੂੰ ਇਹ 10ਵੀਂ ਦੀ ਕਿਤਾਬ 'ਚ ਵੀ ਮਿਲ ਜੂ, ਸਾਰੇ ਕਿਤੇ ਮਿਲ ਜੂ। ਲਾਸਟ ਬਟ ਨਾਟ ਦੀ ਲੀਸਟ, ਇਹ ਆਪਣਾ ਅੱਜ ਦਾ ਲਾਸਟ ਪਾਰਟ ਹੈ। ਮੈਂ ਵੀ ਬਹੁਤ ਥੱਕ ਗਿਆ। ਹੁਣ ਇਹਦੇ ਵਿੱਚ ਦੇਖੋ, ਆਪਣੇ ਕੋਲ ਇੱਥੇ ਕੀ ਹੋ ਗਿਆ, ਆਪਾਂ ਨੇ ਇੱਕ ਗ੍ਰਾਫ ਬਣਾਇਆ। ਆਪਾਂ ਕਿਹਾ ਯਾਰ ਸ਼ੁਰੂ ਚ ਤਾਂ ਮੈਂ ਦੇਖਿਆ ਤਾਂ ਜਿੰਨੇ ਨੰਬਰ ਆਫ ਪ੍ਰੋਟੋਨ ਹੈਗੇ ਨਾ, ਉਨੇ ਹੀ ਨੰਬਰ ਆਫ ਨਿਊਟਰੋਨ ਹੈਗੇ। ਜਿਵੇਂ ਕਿ ਮੰਨ ਲਓ ਮੈਂ ਆਕਸੀਜਨ ਦੀ ਗੱਲ ਕਰਾਂ ਤਾਂ ਐਟੋਮਿਕ ਮਾਸ 16 ਤੇ ਐਟੋਮਿਕ ਨੰਬਰ 8, ਮਤਲਬ 8 ਆਪਣੇ ਕੋਲੇ ਪ੍ਰੋਟੋਨ ਨੇ ਤੇ 8 ਹੀ ਆਪਣੇ ਕੋਲੇ ਨਿਊਟਰੋਨ ਨੇ। ਠੀਕ ਹੈ, ਲੇਕਿਨ ਜਿਵੇਂ ਜਿਵੇਂ ਮੈਂ ਅੱਗੇ ਵਧਦਾ ਉਵੇਂ ਉਵੇਂ ਕੰਮ ਗੜਬੜ ਹੁੰਦੀ ਰਹਿੰਦੀ ਹੈ। ਜਿਵੇਂ ਯੂਰੇਨੀਅਮ ਦੀ ਗੱਲ ਕਰਾਂ ਤਾਂ 92 ਉਹਦਾ ਐਟੋਮਿਕ ਨੰਬਰ ਹੈ। ਇਸ ਹਿਸਾਬ ਨਾਲ ਨੀਅਰਲੀ 184 ਉਹਦਾ ਮਾਸ ਹੋਣਾ ਚਾਹੀਦਾ ਸੀ, ਲੇਕਿਨ ਇਹਦਾ ਮਾਸ 184 ਨਹੀਂ ਹੈ, ਇਹਦਾ ਮਾਸ 235 ਜਾਂ 238 ਹੈ। ਕਿੱਥੇ 184 ਤੇ ਕਿੱਥੇ 238, ਡਬਲ ਅਮਾਉਂਟ ਦਾ ਫਰਕ ਪੈ ਗਿਆ ਅਪਰੋਕਸੀਮੇਟ, ਘੱਟੋ ਘੱਟ 1.5 ਗੁਣਾ ਹੋ ਗਿਆ। ਵੀ ਇਹ ਕੀ ਗੱਲ ਹੋਈ? ਵੀ ਇਹ ਤਾਂ ਕੋਈ ਗੱਲ ਨਹੀਂ, ਸੈਂਸ ਨਹੀਂ ਬਣਦੀ। ਤੇ ਵਾਈ ਨਾਓ ਇਨ ਯੂਰੇਨੀਅਮ ਨੰਬਰ ਆਫ ਨਿਊਟਰੋਨਸ ਆਰ more than number of protons। ਇਹ ਗੱਲ ਨੂੰ ਨਹੀਂ ਆਪਾਂ ਸਮਝ ਸਕੇ ਕਿ why is this। ਤੇ ਆਪਣੇ ਜਿਹੜੇ ਛੋਟੇ ਐਲੀਮੈਂਟਸ ਹੈ ਉਹਨਾਂ ਦੇ ਵਾਸਤੇ ਆਪਣੀ ਆਹ ਗੱਲ ਹਜੇ ਵੀ ਲਾਗੂ ਹੁੰਦੀ ਹੈ। ਨਾਈਟ੍ਰੋਜਨ ਦੇ ਉੱਤੇ ਲਾਗੂ ਹੁੰਦੀ ਹੈ 7 ਤੇ 14, ਆਕਸੀਜਨ 8 ਤੇ 16, ਆਈ ਫਾਸਫੋਰਸ ਹੈ, ਮੈਨੂੰ ਇਹਦਾ ਐਟੋਮਿਕ ਨੰਬਰ ਨਹੀਂ ਯਾਦ ਓਨੈਸਟਲੀ। ਕਾਰਬਨ ਜੇ ਆਪਾਂ ਲਾਈਏ 6 ਤੇ 12, ਠੀਕ ਹੈ ਨਾ, ਇਸ ਤਰ੍ਹਾਂ। ਤਾਂ ਇਹ ਕਿਉਂ ਹੁੰਦਾ ਹੈ? ਤਾਂ ਇਹ ਕਹਿੰਦੇ ਕਿ ਜਿਵੇਂ ਜਿਵੇਂ ਨਿਊਕਲੀਅਸ ਦਾ ਸਾਈਜ਼ ਵੱਡਾ ਹੁੰਦਾ ਹੈ ਉਵੇਂ ਉਵੇਂ ਉਹਦੀ ਸਟੇਬਿਲਿਟੀ ਜਿਹੜੀ ਹੈ ਉਹ ਘਟਣ ਲੱਗ ਜਾਂਦੀ ਹੈ। ਉਹ ਸਟੇਬਿਲਿਟੀ ਆਪਣੇ ਕੋਲੇ ਘਟਦੀ ਹੈ ਤੇ ਉਹ ਨਿਊਕਲੀਅਸ ਜਿਹੜਾ ਹੈ ਡਿਸਇੰਟੀਗ੍ਰੇਟ ਹੋਣ ਲੱਗਦਾ ਹੈ। ਤਾਂ ਆਪਾਂ ਨੇ ਕਿਹਾ ਗ੍ਰਾਫ ਬਣਾਇਆ, ਆਪਾਂ ਨੇ ਦੇਖਿਆ ਆਹ ਵਾਲੀ ਲਾਈਨ ਹੈ ਨੰਬਰ ਆਫ ਪ੍ਰੋਟੋਨਸ ਤੇ ਨੰਬਰ ਆਫ ਨਿਊਟਰੋਨ ਦੀ। ਤਾਂ ਇਹ ਵਾਲੀ ਲਾਈਨ ਤੇ ਆਪਣੇ ਕੋਲੇ ਕਿਹੜੇ ਕਿਹੜੇ ਨੇ? ਵੈਨ ਨੰਬਰ ਆਫ ਨਿਊਟਰੋਨਸ ਆਰ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ। ਇਹ ਦੋਨੋਂ ਇਕੁਅਲ ਹੋਣੇ ਚਾਹੀਦੇ ਆ। ਜਾਂ ਇਕੁਅਲ ਹੈ ਤਾਂ ਇਸ ਲਾਈਨ ਤੇ ਆਉਣਗੇ। ਤਾਂ ਆਪਣੇ ਕੋਲੇ ਆ ਆਇਆ ਹਾਈਡਰੋਜਨ ਜੀ, ਹੀਲੀਅਮ ਆ, ਆਕਸੀਜਨ, ਨਾਈਟ੍ਰੋਜਨ ਜੀ, ਆ ਨਿਊਨ ਅਪ ਟੂ 20 ਆਪਣੇ ਕੋਲ ਇੱਥੇ ਆ ਗਏ। ਲੇਕਿਨ ਉਸ ਤੋਂ ਬਾਅਦ ਗੇਮ ਗੜਬੜਾਉਣ ਲੱਗ ਗਈ। ਫਿਰ ਆਪਣੇ ਕੋਲੇ ਕੀ ਹੋ ਗਿਆ? ਸਟੇਬਿਲਿਟੀ ਦੀ ਆਪਾਂ ਕਰਵ ਦੀ ਗੱਲ ਕਰੀਏ ਤਾਂ ਆਹ ਕਰਵ ਆਪਣੇ ਕੋਲੇ ਸਟੇਬਿਲਿਟੀ ਵਾਲਾ ਬਣਦਾ ਹੈ।
की कहने का मतलब इत्थों तक तो अपने को चीज स्टेबल है, लेकिन इदू अगे अपने को स्टेबिलिटी चीज खत्म होती है। तो फॉर मोर स्टेबिलिटी वी नीड मोर न्यूट्रॉन्स। तो ये क्या गया दैट वी नीड मोर नंबर ऑफ न्यूट्रॉन्स फॉर मोर नंबर ऑफ फॉर बेटर स्टेबिलिटी। सो विद द प्रेजेंस ऑफ न्यूट्रॉन्स द न्यूक्लियस बिकम्स स्टेबल। इस गल तो आप ये चीज समझ सकते हैं कि जे मैं यूरेनियम की गल करा तो यूरेनियम के हाथ च स्टेबिलिटी है नहीं, उन्होंने स्टेबिलिटी प्रोवाइड करने वास्ते अपने ज्यादा ज्यादा न्यूट्रॉन दिते। वी डोंट नो द थिंग्स in more details। यहाँ तुम ये कह सकते हो कि more details are not in our syllabus, तो we don't need to get into that detail। बट अपने वास्ते सिर्फ इन्नी गल की लोड़ है कि नंबर ऑफ न्यूट्रॉन्स ज्यादा होंगे जे तो स्टेबिलिटी ज्यादा होगी। नाउ इफ एटॉमिक नंबर इज लेस देन 20, number of neutron is equal to number of proton। for higher elements number of neutrons keep on increasing with respect to atomic number। बेटा जी क्लियर होगी गल? यस सर। एक डाउट पूछ लो अब आप में से कोई भी। हाँ भाई डाउट पूछो फटाफट, कोई भी बच्चा पूछ लो। हाँ भाई पूछो। जरूरी नहीं इसी में से पूछो, किसी और में से पूछ लो। एक डाउट पूछ लो फिर मैं क्लास ऑफ कर देता हूँ फटाफट। ये देखो इसमें से एनर्जी कितनी निकली ये, और फ्यूजन में टोटल कितनी निकल रही थी इतनी। चलो आप लोगों ने किसी ने भी डाउट नहीं पूछा तो मैं ये मान के चलता हूँ कि आपके सारे डाउट क्लियर हैं। तो बेटा जी अब मैं आपको इसमें बता दूं कि हमने किया क्या कुछ है। आपका ये चैप्टर खत्म हो गया, ये रहा आपका हैंड रिटन नोट्स। ठीक है, तो ये नोट्स आपके सारे के सारे डन है। ठीक है, कल की भी मैंने डाल दी थी असाइनमेंट, तो आज की असाइनमेंट जो है असाइनमेंट नंबर 6 ये मैं आज डाल दूंगा अभी। ठीक है, वही 3-4 क्वेश्चन होंगे। तो बच्चों जिनकी असाइनमेंट सबमिट नहीं हुई है प्लीज आप असाइनमेंट जल्दी सबमिट कर दो, क्योंकि हम इसको ज्यादा टाइम नहीं दे सकते। आप लोगों को मैं रिमाइंड करवा दूं बेटा, अक्टूबर स्टार्ट हो चुका है। ठीक है, मंथ कौन से बच गए हैं? अक्टूबर, नवंबर, दिसंबर, जनवरी, फरवरी, मार्च में आपका एग्जाम होगा। मेरी बात आप मान लो, एग्जाम कभी भी पोस्टपोन नहीं होने वाले, ये तो गारंटी है, क्योंकि नीट का एग्जाम नहीं पोस्टपोन हुआ, जेई नहीं पोस्टपोन हुआ, तो मार्च में आपका एग्जाम पक्के तौर पे हो गई होगा। ठीक है, फरवरी में मैं आपको छोड़ूंगा ताकि आप खुद सेल्फ स्टडी अपनी कर सको और उसके बाद आप अपना एग्जाम दे सको। तो जनवरी तक हमें सिलेबस को खत्म करना ही करना है। तो आपका अक्टूबर तो चल चुका, 15 चैप्टर में से कितने चैप्टर हैं जो हमने कर लिए? मेरे हिसाब से 1 2 3, 15 चैप्टर में से सिर्फ और सिर्फ 3 चैप्टर हमारे अब खत्म हुए हैं अभी तक। ठीक है, 12 चैप्टर अजे बाकी पे है जी। जे मैं 4 हफ्ते एक लगावा तो 4 ਇਹਦੇ 4 ਇਹਦੇ 4 ਇਹਦੇ ਤੇ 4 ਇਹਦੇ 16 ਚੈਪਟਰ ਆਪਾਂ ਮੁਕਾ ਸਕਦੇ ਹਾਂ। ਇਹਦਾ ਮਤਲਬ ਇਹ ਹੈ ਵੀ ਜੇ ਆਪਾਂ ਥੋੜਾ ਜਿਹਾ ਠੀਕ ਠੀਕ ਸਪੀਡ ਤੇ ਵੀ ਚੱਲੀਏ ਤਾਂ ਜਨਵਰੀ ਤੱਕ ਆਪਾਂ ਬੜੇ ਪਿਆਰ ਨਾਲ ਆਰਾਮ ਨਾਲ ਇਹ ਚੈਪਟਰਾਂ ਨੂੰ ਖਤਮ ਕਰ ਦਿਆਂਗੇ। ਬਟ ਜੇ ਆਪਾਂ ਇੱਕ ਹਫਤੇ ਵਿੱਚ ਮੰਨ ਲਓ 3 ਚੈਪਟਰ ਵੀ ਮੁਕਾਈਏ ਨਾ ਤਾਂ ਆਪਣਾ ਜਨਵਰੀ ਕੰਪਲੀਟ ਹੋ ਜਾਊਗਾ। 3 ਚੈਪਟਰਸ ਪਰ ਮੰਥ ਇਹ ਟਾਰਗੇਟ ਹੈ ਆਪਣਾ। ਜੇ ਇਸ ਟਾਰਗੇਟ ਨੂੰ ਆਪਾਂ ਪੂਰਾ ਨਹੀਂ ਕੀਤਾ ਤਾਂ ਬਾਈ ਜੀ ਜਨਵਰੀ ਵਿੱਚ ਤੁਹਾਡਾ ਸਿਲੇਬਸ ਨਹੀਂ ਪੂਰਾ ਹੁੰਦਾ, अपने वास्ते बहुत वड्डी प्रॉब्लम आ जाऊगी। इस करके आपां नूं ये चीज करनी है, अपनी स्पीड आपां ने तगड़ी रखनी है। ठीक है ना, आ अपने हो गए असाइनमेंट्स जदों पातियां डेली दी डेली करन लग जाओ बेटा, क्योंकि जे पिछे कोई रह गया ना तो तुसीं कैच नहीं कर सकोगे। इस करके मैं तुहानूं कहता हुणे तो फटाफट करन लग जाओ। असाइनमेंट्स आनियां चाहिए। आर्यन दी असाइनमेंट आई है ते अमरजीत दी आई है, बाकी किसी दी असाइनमेंट्स नहीं आई। डिले ना करो तुम असाइनमेंट्स में बेटा, 5-5 क्वेश्चन है जो उन्होंने भी डिले करोगे फिर किमें काम चल। ओके चलो भाई, तो मैं आज की असाइनमेंट पा दूंगा बेटा, एज सुन एज पॉसिबल सबमिट योर असाइनमेंट्स। एनीथिंग एल्स? नथिंग? चलो ऑल द बेस्ट, बाय।